ਕੀ ਹਾਲ ਆ ਤੁਹਾਡੇ? ਮੇਰੇ ਬੱਚਿਓ ਕਲਾਸ 7th ਦੀ ਪ੍ਰੈਕਟਿਸ ਸ਼ੀਟ ਨੰਬਰ 10 ਸਾਡੇ ਕੋਲ ਆ ਗਈ ਹੈ ਅਤੇ ਆਓ ਇਸ ਨੂੰ ਫਟਾਫਟ ਹੱਲ ਕਰ ਲਈਏ। ਅਤੇ ਮੇਰੇ ਬੱਚਿਓ ਇਹ ਜੋ ਵੀਡੀਓ ਹੈ ਤੁਹਾਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਨਾਂ ਵਿੱਚ ਤੁਹਾਨੂੰ ਹੱਲ ਦੇਵੇਗੀ, ਠੀਕ ਹੈ। ਇਸ ਕਰਕੇ ਜੋ ਬੱਚੇ ਪੰਜਾਬੀ ਮੀਡੀਅਮ ਦੇ ਨੇ ਅਤੇ ਇੰਗਲਿਸ਼ ਮੀਡੀਅਮ ਦੇ ਨੇ ਦੋਨਾਂ ਨੂੰ ਇਸ ਵੀਡੀਓ ਨਾਲ ਬੈਨੀਫਿਟ ਹੋਣ ਜਾ ਰਿਹਾ ਹੈ। ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ, ਠੀਕ ਹੈ। ਤਾਂ ਸ਼ੁਰੂ ਕਰਦੇ ਹਾਂ। ਸਾਡੇ ਕੋਲ ਜੋ ਪਹਿਲਾ ਪ੍ਰਸ਼ਨ ਹੈ ਉਹ ਇਹ ਹੈ ਕਿ ਬਾਹਰਲੇ ਮੌਸਮ ਦੀ ਤਾਪਮਾਨ ਰੇਂਜ -2 ਡਿਗਰੀ ਸੈਲਸੀਅਸ ਤੋਂ 8 ਡਿਗਰੀ ਸੈਲਸੀਅਸ ਹੋਣ ਕਰਕੇ ਮੌਸਮ ਬਹੁਤ ਠੰਡਾ ਹੋ ਰਿਹਾ ਹੈ। ਸੋ ਉਪਰੋਕਤ ਤਾਪਮਾਨ ਰੇਂਜ ਦਾ ਸੰਕੇਤ ਹੇਠ ਲਿਖਿਆਂ ਵਿੱਚੋਂ ਕਿਸ ਤੋਂ ਮਿਲਦਾ ਹੈ? ਇੰਗਲਿਸ਼ ਵਿੱਚ ਪੜ੍ਹਦੇ ਨੇ ਇਹੀ। ਸੋ ਵਟ ਐਕਟਸ ਐਜ਼ ਐਨ ਇੰਡੀਕੇਸ਼ਨ ਆਫ ਦਾ ਵੈਦਰ ਆਊਟਸਾਈਡ ਬੀਂਗ ਵੈਰੀ ਕੋਲਡ when the temperature is within the range of -2 degree Celsius to 8 degree Celsius. So dear students, when the temperature range is in between -2 degree Celsius to 8 degree Celsius, the heavy clouds they are formed which indicate a very cold weather, right? So ਜਦੋਂ -2 ਡਿਗਰੀ ਸੈਲਸੀਅਸ ਅਤੇ 8 ਡਿਗਰੀ ਸੈਲਸੀਅਸ ਦੇ ਦਰਮਿਆਨ ਮੌਸਮ ਹੁੰਦਾ ਹੈ ਤਾਂ ਜਿਹੜੇ ਬੱਦਲ ਹਨ ਉਹ ਸਾਨੂੰ ਬਹੁਤ ਕਾਲੇ ਗ੍ਰੇ ਕਲਰ ਦੇ ਨਜ਼ਰ ਆਉਂਦੇ ਹਨ ਅਤੇ ਜੋ ਇੰਡੀਕੇਟ ਕੀ ਕਰਦਾ ਹੈ ਕਿ ਭਾਰੀ ਬੱਦਲ ਅਤੇ ਸਲੇਟੀ ਅਸਮਾਨ ਤੋਂ ਸਾਨੂੰ ਇਸ ਦੀ ਇੰਡੀਕੇਸ਼ਨ ਮਿਲਦੀ ਹੈ, ਪਤਾ ਲੱਗਦਾ ਹੈ। ਸੋ ਅਸੀਂ ਇੱਥੇ ਉੱਤਰ ਲਿਖਾਂਗੇ ਭਾਰੀ ਬੱਦਲ ਅਤੇ ਸਲੇਟੀ ਆਸਮਾਨ, ਔਰ ਇਹਨੂੰ ਇੰਗਲਿਸ਼ ਦੇ ਵਿੱਚ ਹੈਵੀ ਕਲਾਊਡਸ ਐਂਡ ਗ੍ਰੇ ਸਕਾਈ। ਸੋ ਹੈਵੀ ਕਲਾਊਡਸ ਐਂਡ ਗ੍ਰੇ ਸਕਾਈ। ਸੋ ਦਾ ਨੈਕਸਟ ਕੁਐਸਚਨ, ਅਗਲਾ ਪ੍ਰਸ਼ਨ ਹੈ ਸਾਡੇ ਕੋਲ। ਵਿਦਿਆਰਥੀ ਤੋਂ ਗਲਤੀ ਨਾਲ ਸਾਇੰਸ ਲੈਬ ਵਿੱਚ ਥਰਮੋਮੀਟਰ ਟੁੱਟ ਗਿਆ ਅਤੇ ਥਰਮੋਮੀਟਰ ਦਾ ਪਾਰਾ ਡਿੱਗ ਕੇ ਸੈਲਫ 'ਤੇ ਫੈਲ ਗਿਆ। ਸੋ ਵਿਦਿਆਰਥੀ ਨੂੰ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਕੀ ਕਰਨਾ ਚਾਹੀਦਾ ਹੈ ਤਾਂ ਜੋ ਇਸ ਨਾਲ ਕਿਸੇ ਦਾ ਨੁਕਸਾਨ ਨਾ ਹੋ ਜਾਵੇ? ਸੋ ਅ ਸਟੂਡੈਂਟ ਐਕਸੀਡੈਂਟਲੀ broke the thermometer in the science lab and the mercury of the thermometer fell and spilled over the shelf. Now, what should the student do prudently or wisely so that no one is harmed up from it? So, प्यारे बच्चों, क्योंकि मरकरी जड़ा है वो गिर गया है, ठीक है, and we all know that mercury is toxic, so it is important to handle it carefully by following the proper procedure for its disposal, right? So ਸਾਡੇ ਕੋਲ ਜੋ ਇਸ ਦਾ ਆਨਸਰ ਹੋਣਾ ਚਾਹੀਦਾ ਹੈ ਉਹ ਹੋਣਾ ਚਾਹੀਦਾ ਹੈ we need to consider it hazardous and follow proper disposal procedures. So here this is the right answer. So ਇਸ ਨੂੰ ਖਤਰਨਾਕ ਸਮਝਦੇ ਹੋਏ ਨਿਪਟਾਰੇ ਦੀਆਂ ਸਹੀ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਨੈਕਸਟ ਕੁਐਸਚਨ ਸਾਡੇ ਕੋਲ ਆਇਆ ਗਿਆ ਹੈਗਾ ਜੀ ਪ੍ਰਸ਼ਨ ਨੰਬਰ 3, ਅਤੇ ਪ੍ਰਸ਼ਨ ਨੰਬਰ 3 ਕੀ ਕਹਿੰਦਾ ਹੈ? ਸਾਨੂੰ ਥਰਮੋਮੀਟਰ ਦਿਖਾਏ ਹੋਏ ਆ 2, ਦੇਖ ਲੈਂਦੇ ਕੀ ਪ੍ਰਸ਼ਨ ਪੁੱਛਿਆ ਗਿਆ ਹੈਗਾ ਆ। ਅਧਿਆਪਕ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਥਰਮੋਮੀਟਰਾਂ ਦੇ ਚਿੱਤਰ ਦਿਖਾਉਂਦੇ ਹੋਏ ਪੁੱਛਿਆ ਕਿ ਦਿਖਾਏ ਗਏ ਵੱਖ-ਵੱਖ ਥਰਮੋਮੀਟਰਾਂ ਵਿੱਚੋਂ ਕਿਸ ਥਰਮਾਮੀਟਰ ਵਿੱਚ ਕਿੰਕ ਹੁੰਦੀ ਹੈ? ਅਤੇ ਫਿਰ ਵਿੱਚ ਸਾਨੂੰ ਦਿਖਾਇਆ ਕੀ ਹੋਇਆ ਉਹਨਾਂ ਨੇ ਦਿਖਾਇਆ ਹੋਇਆ ਹੈਗਾ ਆ, ਇੱਕ ਤਾਂ ਲੈਬੋਰਟਰੀ ਥਰਮੋਮੀਟਰ, ਇੱਕ ਕਲੀਨਿਕਲ ਥਰਮੋਮੀਟਰ, ਅਤੇ ਇੱਕ ਸਾਨੂੰ ਜਿਹੜਾ ਹੈ ਇਲੈਕਟ੍ਰੋਨਿਕ ਥਰਮੋਮੀਟਰ ਜਿਹੜਾ ਦਿਖਾਇਆ ਆ ਉਹ ਵੀ ਕਲੀਨਿਕਲ ਥਰਮੋਮੀਟਰ ਹੀ ਹੈ। ਸੋ ਪੁੱਛਦੇ ਪਏ ਹੈ ਕਿ ਕਿੰਕ ਕਿਸ ਵਿੱਚ ਹੁੰਦੀ ਹੈਗੀ ਆ। ਸੋ ਪਿਆਰੇ ਬੱਚਿਓ, ਜੋ ਕਿੰਕ ਹੈ ਉਹ ਦੇਖੋ ਇੱਥੇ ਸਾਨੂੰ ਜਿਹੜੀ ਆ ਕਿੰਕ ਪ੍ਰੋਪਰ ਸ਼ੋਅ ਨਹੀਂ ਕੀਤੀ ਹੋਈ, ਇੱਥੇ ਇੱਕ ਸ਼ੋਅ ਹੋਣੀ ਚਾਹੀਦੀ ਸੀਗੀ ਇਹ, ਇੱਥੇ ਇੱਕ, ਠੀਕ ਹੈ। ਸੋ ਕਲੀਨਿਕਲ ਥਰਮੋਮੀਟਰ ਦੇ ਵਿੱਚ, ਸੋ ਕਲੀਨਿਕਲ ਥਰਮੋਮੀਟਰ ਦੇ ਵਿੱਚ ਹੀ ਕਿੰਕ ਹੁੰਦੀ ਹੈਗੀ ਹੈ, ਠੀਕ ਹੈ। ਜੋ ਮਰਕਰੀ ਕੋਈ ਰਾਈਜ਼ ਕਰ ਗਿਆ ਉਹ ਵਾਪਸ ਥੱਲੇ ਨੂੰ ਨਾ ਆਵੇ। ਸੋ ਇਸ ਕਰਕੇ ਜਿਹੜਾ ਹੈ ਇਹ ਸਾਡਾ ਕੋਲ ਆਨਸਰ ਜਿਹੜਾ ਆ ਉਹ ਹੋਣਾ ਚਾਹੀਦਾ ਆ ਡਾਕਟਰੀ ਥਰਮੋਮੀਟਰ, ਠੀਕ ਹੈ। ਸੋ ਅਸੀਂ ਇੰਗਲਿਸ਼ ਦੇ ਵਿੱਚ ਵੀ ਇਸਨੂੰ ਜਾਣ ਜਾਂਦੇ ਹਾਂ। So the teacher showed pictures of different thermometers to the students and asked which of these different thermometers shown has a kink. ਸੋ ਫਿਰ ਬੱਚੋ ਇਹਦੇ 'ਚ ਮੈਂ ਤੁਹਾਨੂੰ ਦੱਸਾਂ ਕਿ ਪਿਕਚਰ ਦੇ ਵਿੱਚ ਤਾਂ ਕਿੰਕ ਨਹੀਂ ਦਿਖਾਈ ਹੋਈ, ਲੇਕਿਨ ਕਲੀਨਿਕਲ ਥਰਮੋਮੀਟਰ ਦੇ ਵਿੱਚ ਕਿੰਕ ਹੁੰਦੀ ਹੈਗੀ ਹੈ, ਰਾਈਟ। ਸੋ ਇੱਥੇ ਅਸੀਂ ਆਨਸਰ ਲਿਖਾਂਗੇ ਕਲੀਨਿਕਲ ਥਰਮੋਮੀਟਰ। ਸੋ ਕੁਐਸਚਨ ਨੰਬਰ 4 ਸਾਡੇ ਕੋਲ ਹੈ, ਦੁਹਰਾਈ ਸਮੇਂ ਅਧਿਆਪਕ ਨੇ ਵਿਦਿਆਰਥੀਆਂ ਨੂੰ ਡਾਕਟਰੀ ਥਰਮੋਮੀਟਰ ਦੀ ਤਾਪਮਾਨ ਰੀਡਿੰਗ ਦੀ
ਰੇਂਜ ਬਾਰੇ ਪੁੱਛਿਆ ਤਾਂ ਬੱਚਿਆਂ ਦਾ ਜਵਾਬ ਕੀ ਸੀ। ਸੋ ਰੇਂਜ ਬਾਰੇ ਪੁੱਛਿਆ ਹੈ, ਸੋ ਇੰਗਲਿਸ਼ ਦੇ ਵਿੱਚ ਜਾਣ ਜਾਂਦੇ ਹਾਂ ਕਿ ਵੀ ਟੀਚਰ ਸਰ ਨੇ ਕੀ ਪੁੱਛਿਆ ਹੈ ਉਹਨਾਂ ਨੂੰ। ਸੋ ਡਿਊਰਿੰਗ ਰਿਵੀਜ਼ਨ when teacher asked his students about the temperature range of a clinical thermometer, then the correct answer of student was। ਸੋ ਮੇਰੇ ਬੱਚਿਓ ਜਦੋਂ ਕਿ ਡਾਕਟਰੀ ਥਰਮੋਮੀਟਰ ਬਾਰੇ ਪੁੱਛਿਆ ਗਿਆ ਹੈ ਕਿ ਕਰੈਕਟ ਜਿਹੜੀ ਹੈਗੀ ਹੈ ਰੇਂਜ ਕੀ ਹੁੰਦੀ ਹੈ। ਸੋ ਵੀ ਆਲ ਨੋ that a clinical thermometer has a temperature range from 35 degrees Celsius to 42 degrees Celsius, which is a typical human body temperature range, right? ਸੋ ਸਾਨੂੰ ਪਤਾ ਹੈ ਕਿ ਜੋ 35 ਡਿਗਰੀ ਸੈਲਸੀਅਸ ਤੋਂ ਲੈ ਕੇ 42 ਡਿਗਰੀ ਸੈਲਸੀਅਸ ਤੱਕ ਦੀ ਰੇਂਜ ਹੁੰਦੀ ਹੈ ਇਸ ਲਈ ਅਸੀਂ ਟਿਕ ਕਰਾਂਗੇ ਜੀ ਆਪਸ਼ਨ ਨੰਬਰ 1 ਨੂੰ, ਰਾਈਟ। ਸੋ ਹੇਅਰ ਆਪਸ਼ਨ ਨੰਬਰ 1। ਨੈਕਸਟ ਕੁਐਸਚਨ ਸਾਡੇ ਕੋਲ ਹੈ ਕੁਐਸਚਨ ਨੰਬਰ 5, ਅਤੇ 5 ਜਿਹੜਾ ਹੈ ਥੋੜ੍ਹਾ ਜਿਹਾ ਇਸਨੂੰ ਸਕਰੋਲ ਓਪਨ ਕਰ ਲੈਂਦੇ ਹਾਂ ਜੀ। ਸੋ ਕੁਐਸਚਨ ਹੈ, ਕੱਲ ਕੋਮਲ ਨੂੰ ਆਪਣੀ ਸਾਇੰਸ ਲੈਬ ਵਿੱਚ ਇੱਕ ਵੱਡਾ ਥਰਮੋਮੀਟਰ ਮਿਲਿਆ ਅਤੇ ਹੁਣ ਉਹ ਜਾਣਨਾ ਚਾਹੁੰਦੀ ਹੈ ਕਿ ਇਸ ਲੈਬ ਥਰਮੋਮੀਟਰ ਦੀ ਤਾਪਮਾਨ ਰੀਡਿੰਗ ਕੀ ਹੁੰਦੀ ਹੈ। ਸੋ ਪਿਆਰੇ ਬੱਚਿਓ ਸਾਨੂੰ ਪਤਾ ਹੈ ਕਿ ਜੋ ਕਲੀਨਿਕਲ ਥਰਮੋਮੀਟਰ ਹੁੰਦਾ ਹੈ ਉਹ ਸਾਈਜ਼ ਵਿੱਚ ਛੋਟਾ ਹੁੰਦਾ ਆ ਲੈਬੋਰਟਰੀ ਥਰਮੋਮੀਟਰ ਨਾਲੋਂ, ਹੈ ਨਾ। ਇੰਗਲਿਸ਼ ਦੇ ਵਿੱਚ ਕੀ ਕੁਐਸਚਨ ਪੁੱਛਿਆ ਗਿਆ ਜੀ, ਸੇਮ। ਯੈਸਟਰਡੇ ਕੋਮਲ ਓਬਜ਼ਰਵਡ a big thermometer in her science lab and she was curious to know about its temperature range. Now help her to choose the correct option. So laboratory thermometers are designed to measure the wider range of temperatures, we all know, right? Typically from minus 10 degrees Celsius to 110 degrees Celsius. So ਕਿਉਂਕਿ ਬੱਚਿਓ ਕਿ ਜੋ ਸਾਡੇ ਕੋਲ ਜੋ ਲੈਬੋਰਟਰੀ ਥਰਮੋਮੀਟਰ ਹੁੰਦਾ ਹੈ, ਕਿਉਂਕਿ ਉਸਨੇ ਕਾਫੀ ਜੋ ਵਾਈਡ ਜਿਹੜੀ ਹੈਗੀ ਹੈ ਟੈਂਪਰੇਚਰ ਦੀ ਰੇਂਜ, ਤਾਪਮਾਨ ਦੀ ਰੇਂਜ ਜਿਹੜੀ ਉਹ ਪਤਾ ਕਰਨੀ ਹੁੰਦੀ ਹੈ, ਇਸ ਕਰਕੇ ਉਹਦੀ ਰੇਂਜ ਜਿਹੜੀ ਹੈ ਉਹ ਹੋਏਗੀ -10 ਡਿਗਰੀ ਸੈਲਸੀਅਸ ਟੂ 110 ਡਿਗਰੀ ਸੈਲਸੀਅਸ, ਰਾਈਟ। ਸੋ ਇੱਥੇ ਸਾਡੇ ਕੋਲ ਆਨਸਰ ਆਪਸ਼ਨ ਨੰਬਰ 1 ਆ ਜਾਏਗਾ। ਨੈਕਸਟ ਕੁਐਸਚਨ ਵੱਲ ਵਧਦੇ। ਕੁਐਸਚਨ ਨੰਬਰ ਸਾਡੇ ਕੋਲ ਜੋ 6 ਹੈ ਉਹ ਹੈ ਕੁਐਸਚਨ ਨੰਬਰ 6। ਸੋ ਕੁਐਸਚਨ ਨੰਬਰ 6 ਹੈ ਕਿ ਰਾਮ ਡਾਕਟਰ ਕੋਲ ਆਪਣਾ ਬੁਖਾਰ ਚੈੱਕ ਕਰਾਉਣ ਗਿਆ ਅਤੇ ਡਾਕਟਰ ਨੇ ਉਸਨੂੰ ਥਰਮੋਮੀਟਰ ਜੀਭ ਦੇ ਥੱਲੇ ਰੱਖਣ ਲਈ ਕਿਹਾ। ਕੁਝ ਦੇਰ ਬਾਅਦ ਡਾਕਟਰ ਨੇ ਥਰਮੋਮੀਟਰ ਚੈੱਕ ਕਰਕੇ ਦੱਸਿਆ ਕਿ ਤੁਹਾਨੂੰ ਬੁਖਾਰ ਨਹੀਂ ਹੈ। ਸੋ ਰਾਮ ਨੇ ਡਾਕਟਰ ਤੋਂ ਮਨੁੱਖੀ ਸਰੀਰ ਦੇ ਸਧਾਰਨ ਤਾਪਮਾਨ ਬਾਰੇ ਪੁੱਛਿਆ ਤਾਂ ਡਾਕਟਰ ਦਾ ਜਵਾਬ ਕੀ ਹੋਣਾ ਚਾਹੀਦਾ ਹੈ। ਸੋ ਰਾਮ went to doctor to get his fever checked. Now doctor gave him a thermometer and asked him to put it under his tongue. Later doctor checked the thermometer and said that you don't have fever. Now Ram asked the doctor about the normal temperature of human body and the answer of doctor was। ਜਦੋਂ ਰਾਮ ਨੇ ਡਾਕਟਰ ਨੂੰ ਪੁੱਛਿਆ ਕਿ ਨਾਰਮਲ ਟੈਂਪਰੇਚਰ ਜਿਹੜਾ ਹੈ ਹਿਊਮਨ ਬੋਡੀ ਦਾ ਕੀ ਹੁੰਦਾ ਹੈ ਤੇ ਡਾਕਟਰ ਦਾ ਕੀ ਜਵਾਬ ਹੋਏਗਾ। ਸੋ ਡੀਅਰ ਸਟੂਡੈਂਟਸ, ਦ ਨਾਰਮਲ ਹਿਊਮਨ ਬੋਡੀ ਟੈਂਪਰੇਚਰ ਇਜ਼ ਅਰਾਊਂਡ 37 ਡਿਗਰੀ ਸੈਲਸੀਅਸ ਐਂਡ ਇਨ ਫੈਰਨਹਾਈਟ ਇਟ ਇਜ਼ 98.6 ਡਿਗਰੀ ਫੈਰਨਹਾਈਟ। ਓਕੇ, ਸੋ ਆਮ ਤੌਰ 'ਤੇ ਜੋ ਨਾਰਮਲ ਟੈਂਪਰੇਚਰ ਹੈ ਬੱਚਿਓ, ਜੇ ਆਪਾਂ ਡਿਗਰੀ ਸੈਲਸੀਅਸ ਦੀ ਗੱਲ ਕਰੀਏ ਤਾਂ 37 ਡਿਗਰੀ ਸੈਲਸੀਅਸ, ਅਤੇ ਜਦੋਂ ਆਪਾਂ ਫੈਰਨਹਾਈਟ ਦੀ ਗੱਲ ਕਰਦੇ ਹੈਗੇ ਇਹ ਵੀ ਯਾਦ ਰੱਖਣਾ ਹੈਗਾ ਆ, ਤਾਂ ਉਹ ਹੁੰਦੀ ਹੈਗੀ ਆ 98.6 ਫੈਰਨਹਾਈਟ ਡਿਗਰੀ ਫੈਰਨਹਾਈਟ। ਇਸ ਗੱਲ ਨੂੰ ਯਾਦ ਰੱਖਣਾ ਬੱਚਿਓ, ਠੀਕ ਹੈ। ਇਹ ਵੀ ਕੁਐਸਚਨ ਤੁਹਾਨੂੰ ਆ ਸਕਦਾ ਹੈ। ਸੋ ਆਨਸਰ ਇੱਥੇ ਆਏਗਾ ਆਪਸ਼ਨ ਨੰਬਰ 2, ਆਪਸ਼ਨ ਨੰਬਰ 2 ਇਨ ਇੰਗਲਿਸ਼ ਆਲਸੋ। ਸੋ ਕੁਐਸਚਨ ਨੰਬਰ 7 ਵੱਲ ਵਧਦੇ ਹਾਂ ਅਸੀਂ। ਕੁਐਸਚਨ 7 ਕੀ ਹੈ ਜੀ ਸਾਡੇ ਕੋਲ? ਕੁਐਸਚਨ 7 ਹੈ ਕਿ ਤਾਪਮਾਨ ਬਾਰੇ ਪੜ੍ਹਾਉਂਦੇ ਹੋਏ ਅਧਿਆਪਕ ਨੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਹੇਠ ਲਿਖਿਆਂ ਵਿੱਚੋਂ ਤਾਪਮਾਨ ਨੂੰ ਮਾਪਣ ਦੀ ਇਕਾਈ ਕਿਹੜੀ ਹੈ। ਸੋ ਵਾਈਲ ਐਕਸਪਲੇਨਿੰਗ ਅਬਾਊਟ ਟੈਂਪਰੇਚਰ, teacher asked his students to identify the units of temperature from the following। ਯੂਨਿਟ ਕੀ ਹੈ? ਅਸੀਂ ਜੋ ਟੈਂਪਰੇਚਰ ਹੈ ਉਸਨੂੰ ਕਿਵੇਂ ਮਾਪਦੇ ਹਾਂ, ਪ੍ਰਸ਼ਨ ਇਹ ਪੁੱਛਿਆ ਗਿਆ ਹੈਗਾ ਆ। ਸੋ ਜੋ ਇਹਦਾ ਆਨਸਰ ਵਿੱਚ ਹੋਣਾ ਚਾਹੀਦਾ ਹੈ ਕਿ ਜੋ ਹੈ ਟੈਂਪਰੇਚਰ ਇਜ਼ ਯੂ ਆਲ ਨੋ ਕਿ ਹੁਣੀ ਪਹਿਲਾਂ ਡਿਸਕਸ ਕਰਕੇ ਹਟੇ ਹਾਂ, ਇਟ ਇਜ਼ ਮੇਜਰਡ ਇਨ ਡਿਗਰੀ ਸੈਲਸੀਅਸ ਐਜ਼ ਵੈਲ ਐਜ਼ ਫੈਰਨਹਾਈਟ, ਰਾਈਟ। ਸੋ ਸਾਡੇ ਕੋਲ
ਸਾਡੇ ਕੋਲ ਆਪਸ਼ਨਸ ਵਿੱਚ ਦਿੱਤਾ ਆ, ਆਪਸ਼ਨ 2 ਤੇ ਆਪਸ਼ਨ 3 ਦਿੱਤੀ ਹੋਈਆਂ ਹਨ। ਠੀਕ ਨੇ ਆਪਸ਼ਨਸ ਇਹ, ਰਾਈਟ। ਸੋ ਅਸੀਂ ਇਸ ਨੂੰ ਜੋ ਆਪਸ਼ਨ ਨੰਬਰ 4 ਹੈ ਇਸ ਨੂੰ ਟਿਕ ਲਗਾਵਾਂਗੇ, ਕਿਉਂਕਿ ਸੈਲਸੀਅਸ ਤੇ ਫਾਰਨਹਾਈਟ ਦੋਨਾਂ ਵਿੱਚ ਹੀ ਮਾਪੀ ਜਾਂਦੀ ਹੈ, ਟੈਂਪਰੇਚਰ ਨੂੰ ਮਾਪਿਆ ਜਾਂਦਾ ਹੈ। ਕੁਐਸਚਨ ਨੰਬਰ 2 ਪ੍ਰਸ਼ਨ 2 ਵੱਲ ਵਧਦੇ ਹਾਂ ਜੀ। ਪ੍ਰਸ਼ਨ 2 ਹੈ ਸਾਡੇ ਕੋਲ, ਡਾਕਟਰੀ ਥਰਮੋਮੀਟਰ ਦੇ ਬਲਬ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਧਾਤ ਭਰੀ ਹੁੰਦੀ ਹੈ? ਸੋ ਵਿਚ ਆਫ ਦਾ ਫੋਲੋਇੰਗ ਮੈਟਲ ਇਜ਼ ਫਿਲਡ ਇਨ ਦਾ ਬਲਬ ਆਫ ਅ ਕਲੀਨਿਕਲ ਥਰਮੋमीटर। सो we all know बच्चों के mercury is the metal that is used in the clinical thermometers. Why? Due to its uniform expansion over a wide range of temperature. So mercury ਜਿਹੜੀ ਆ ਜੋ द्रव रूप ਦੇ ਵਿੱਚ ਇੱਕੋ ਇੱਕ ਧਾਤ ਹੈ ਉਹ ਮਿਲਦੀ ਹੈ, ਉਹ ਕਲੀਨਿਕਲ ਥਰਮੋਮੀਟਰ 'ਚ ਭਰੀ ਹੁੰਦੀ ਹੈ। ਕਿਉਂ? ਕਿਉਂਕਿ ਉਹ ਐਕਸਪੈਂਡ ਕਰਦੀ ਹੈ, ਫੈਲਦੀ ਹੈਗੀ ਆ ਅਲੱਗ-ਅਲੱਗ ਟੈਂਪਰੇਚਰ ਰੇਂਜ ਦੇ ਉੱਪਰ। ਠੀਕ ਹੈ। ਸੋ ਇੱਥੇ ਜਿਹੜਾ ਆਨਸਰ ਸਾਡੇ ਕੋਲ ਆਉਣਾ ਚਾਹੀਦਾ ਹੈ ਉਹ ਮਰਕਰੀ ਸਹੀ ਉੱਤਰ ਹੈ, ਰਾਈਟ। ਪ੍ਰਸ਼ਨ 9 ਵੱਲ ਵਧਦੇ ਜੀ ਫਟਾਫਟ। ਹਾਂਜੀ, ਸੋ ਸਾਡੇ ਕੋਲ ਜੋ ਕੁਐਸਚਨ ਨੰਬਰ 9 ਹੈ ਉਹ ਕੀ ਹੈ ਜੀ? ਖੁਸ਼ਪ੍ਰੀਤ ਅਤੇ ਮਨੀਸ਼ਾ ਨੇ ਆਪਣੇ ਸਰੀਰ ਦਾ ਤਾਪਮਾਨ ਮਾਪਿਆ ਤੇ ਖੁਸ਼ਪ੍ਰੀਤ ਨੇ ਆਪਣੇ ਸਰੀਰ ਦਾ ਤਾਪਮਾਨ 98 ਡਿਗਰੀ ਸੈਲਸੀਅਸ ਅਤੇ ਮਨੀਸ਼ਾ ਨੇ 37 ਡਿਗਰੀ ਸੈਲਸੀਅਸ ਦਰਜ ਕੀਤਾ। ਹੁਣ ਹੇਠਾਂ ਦਿੱਤਿਆਂ ਵਿੱਚੋਂ ਕਥਨ ਕਿਹੜਾ ਸੱਚ ਹੈ? ਖੁਸ਼ਪ੍ਰੀਤ and Manisha measured their body temperatures. Khushpreet recorded her body temperature to be 98.6 degree Fahrenheit and Manisha recorded hers to be 37 degree Celsius. Now which of the following statements is true? So dear students, ਸਾਨੂੰ ਪਤਾ ਹੈ ਕਿ ਜੋ ਟੈਂਪਰੇਚਰ ਹੈ, ਤਾਪਮਾਨ ਹੈ, ਅਸੀਂ ਉਸ ਨੂੰ ਡਿਗਰੀ ਸੈਲਸੀਅਸ ਦੇ ਵਿੱਚ ਵੀ ਮਾਪਦੇ ਹਾਂ ਤੇ ਉਸ ਨੂੰ ਅਸੀਂ ਫਾਰਨਹਾਈਟ ਦੇ ਵਿੱਚ ਵੀ ਮਾਪਦੇ ਹਾਂ। ਔਰ ਸਾਨੂੰ ਇਹ ਵੀ ਪਤਾ ਹੈ ਕਿ ਜੋ ਨਾਰਮਲ ਟੈਂਪਰੇਚਰ ਹੈ ਉਹ ਕੀ ਹੈ? 98.6 ਡਿਗਰੀ ਫਾਰਨਹਾਈਟ, ਜੋ ਆਮ ਤੌਰ 'ਤੇ ਅਸੀਂ ਟੈਂਪਰੇਚਰ ਨੂੰ ਮਾਪਦੇ ਹੈਗੇ ਹਾਂ ਆਮ ਥਰਮੋਮੀਟਰ ਦੇ ਨਾਲ। ਘਰ ਘਰ ਦੇ ਵੀ ਸਾਨੂੰ ਪਤਾ ਹੈ ਕਿ ਇੰਨਾ ਟੈਂਪਰੇਚਰ ਠੀਕ ਹੈ। ਸੋ ਇਸ ਨੂੰ ਜਦੋਂ ਆਪਾਂ ਡਿਗਰੀ ਸੈਲਸੀਅਸ ਦੀ ਗੱਲ ਕਰਦੇ ਹਾਂ ਤਾਂ 37 ਡਿਗਰੀ ਸੈਲਸੀਅਸ ਹੁੰਦਾ ਹੈ, ਤਾਂ ਦੋਨੋਂ ਹੀ ਸੇਮ ਹੈਗੇ ਆ। ਇਸ ਪ੍ਰਕਾਰ ਜੋ ਇਹਦਾ ਆਨਸਰ ਆਉਣਾ ਚਾਹੀਦਾ ਹੈ ਕਿ ਬੋਥ ਆਰ ਨਾਰਮਲ। ਠੀਕ ਹੈ ਜੀ। ਸੋ ਬੋਥ ਹੈਵ ਨਾਰਮਲ ਟੈਂਪਰੇਚਰ। ਸੋ ਆਪਸ਼ਨ ਨੰਬਰ 3 ਨੂੰ ਅਸੀਂ ਟਿਕ ਕਰਾਂਗੇ, ਦੋਵਾਂ ਦੇ ਸਰੀਰ ਦਾ ਤਾਪਮਾਨ ਸਧਾਰਨ ਹੈ। ਕੁਐਸਚਨ ਨੰਬਰ 10 ਵੱਲ ਵਧਦੇ ਹਾਂ ਜੀ ਫਟਾਫਟ। ਸੋ ਕੁਐਸਚਨ ਨੰਬਰ 10 ਕੀ ਕਹਿ ਰਿਹਾ ਜੀ? ਅਧਿਆਪਕ ਨੇ ਤਾਪ ਦੇ ਸੰਚਾਰ ਦੀ ਕਿਰਿਆ ਕਰਦੇ ਸਮੇਂ ਇੱਕ ਲੋਹੇ ਦੀ ਰੋਡ ਉੱਪਰ 4 ਪਿੰਨਾਂ 1 2 3 4 ਨੂੰ ਮੋਮ ਦੀ ਮਦਦ ਨਾਲ ਚਿਪਕਾ ਦਿੱਤਾ ਜੀ। ਨਾ ਜੇਕਰ ਲੋਹੇ ਦੀ ਰੋਡ ਨੂੰ ਗਰਮ ਕੀਤਾ ਜਾਵੇ ਤਾਂ ਕਿਹੜੀ ਪਿੰਨ ਸਭ ਤੋਂ ਪਹਿਲਾਂ ਡਿੱਗੇਗੀ? ਨਾ ਵਾਈਲ ਪਰਫਾਰਮਿੰਗ ਐਨ ਐਕਟੀਵਿਟੀ of heat conduction through iron rod, teacher fixed 4 pins 1 2 3 and 4 on an iron rod with the help of wax. So which of the following pin will fall first if the iron rod is heated? So dear students, now you see pin 1 is closest to the heat source, right? You see this is closest to the heat source. Now so it will fall first as the wax will get melt faster. ठीक है। सो प्यारे बच्चों, ਅਸੀਂ ਦੇਖ ਰਹੇ ਹਾਂ ਕਿ ਜੋ ਪਿਨ ਨੰਬਰ 1 ਹੈ ਉਹ ਜੋ ਸਰੋਤ ਹੈ ਤਾਪ ਦਾ ਉਸ ਤੋਂ ਸਭ ਤੋਂ ਨੇੜੇ ਹੈ। ਠੀਕ ਹੈ। ਇਸ ਕਰਕੇ ਉਹਦੀ ਜਿਹੜੀ ਮੋਮ ਹੈ ਉਹ ਜਲਦੀ ਪਿਘਲ ਜਾਏਗੀ, ਇਸ ਕਰਕੇ ਜੋ ਪਿਨ ਨੰਬਰ 1 ਹੈ ਉਹ ਪਹਿਲਾਂ ਗਿਰੇਗੀ। ਠੀਕ ਹੈ। ਆਪਾਂ ਪ੍ਰੈਕਟੀਕਲ ਵੀ ਕਰ ਹਟੇ ਇਹਦਾ, ਕੀਤਾ ਹੈ ਨਾ ਪ੍ਰੈਕਟੀਕਲ ਆਪਾਂ। ਓਕੇ, ਨੈਕਸਟ ਕੁਐਸਚਨ ਵੱਲ ਅਸੀਂ ਵਧਦੇ ਹਾਂ ਜੀ। ਪ੍ਰਸ਼ਨ ਨੰਬਰ ਸਾਡੇ ਕੋਲ 11ਵਾਂ ਆ ਗਿਆ ਜੀ। 11ਵਾਂ ਪ੍ਰਸ਼ਨ ਕੀ ਕਹਿੰਦਾ ਦੇਖੀਏ ਜੀ ਫਟਾਫਟ। 11ਵਾਂ ਹਾਂਜੀ ਬੱਚੋ, ਨਾਲੇ ਜੇ ਤੁਸੀਂ ਨਾ ਪ੍ਰੈਕਟਿਸ ਸ਼ੀਟਸ ਜਿਹੜੀਆਂ 1 ਤੋਂ ਲੈ ਕੇ 10 ਤੱਕ ਦੀਆਂ ਆਈਆਂ ਹੈਗੀਆਂ ਪਹਿਲਾਂ ਵੀ, ਉਹ ਮੈਂ 4 ਦੇ ਕੋਂਬੋ ਬਣਾ ਕੇ YouTube ਦੇ ਉੱਪਰ ਪਾਏ ਹੋਏ ਆ। ਠੀਕ ਹੈ। ਤੁਸੀਂ ਉਹ ਵੀ ਗੋ ਥਰੂ ਕਰ ਲਿਓ, ਰਾਈਟ। ਸੋ ਕੋਂਬੋਜ਼ ਤੁਹਾਨੂੰ ਮਿਲ ਜਾਣਗੇ 1 to 4 ਐਂਡ 5 to 8। ਉਸ ਤੋਂ ਬਾਅਦ 9 and 10 ਤੁਹਾਨੂੰ ਮਿਲ ਰਹੀਆਂ ਹਨ। ਓਕੇ। ਸੋ ਕੁਐਸਚਨ ਨੰਬਰ 11 'ਤੇ ਆ ਜਾਂਦੇ ਹਾਂ ਜੀ। ਕੁਐਸਚਨ ਨੰਬਰ 11 ਕੀ ਕਹਿੰਦੇ ਆ? ਸਿਕੰਦਰ ਨੇ 65 ਡਿਗਰੀ ਸੈਲਸੀਅਸ ਤਾਪਮਾਨ ਵਾਲੇ 1 ਲੀਟਰ ਪਾਣੀ ਵਿੱਚ 80 ਡਿਗਰੀ ਸੈਲਸੀਅਸ ਤਾਪਮਾਨ ਵਾਲਾ 1 ਲੀਟਰ ਪਾਣੀ ਮਿਲਾ ਦਿੱਤਾ। ਨਾ ਹੁਣ ਦੋਵੇਂ ਪਾਣੀਆਂ ਨੂੰ ਮਿਲਾਉਣ ਤੋਂ ਬਾਅਦ ਹੁਣ ਪਾਣੀ ਦਾ ਤਾਪਮਾਨ ਕਿੰਨਾ ਹੋਵੇਗਾ? ਸਿਕੰਦਰ ਦੀ ਸਹੀ ਵਿਕਲਪ ਚੁਣਨ ਵਿੱਚ ਉਸਦੀ ਮਦਦ ਕਰੋ।
Now Sikandar added 1 liter of water at 65 degree Celsius temperature to 1 liter of water at 80 degrees Celsius of temperature. Now what will be the temperature of the water after mixing the two? Help Sikandar to choose the correct option from the following. Now dear students, when we mix two volumes of the water at different temperature, the final temperature it will lie between the two. ਠੀਕ ਹੈ ਕਿ ਜਦੋਂ ਵੀ ਮੇਰੇ ਵਿੱਚੋਂ ਅਸੀਂ ਅਲੱਗ-ਅਲੱਗ ਤਾਪਮਾਨ ਵਾਲੇ ਨਾ ਦੋ ਦਰਵਾਂ ਨੂੰ ਜਿਹੜਾ ਹੈਗਾ ਆ ਉਹ ਮਿਕਸ ਕਰਦੇ ਹਾਂ ਤਾਂ ਜੋ ਫਾਈਨਲ ਸਾਡੇ ਕੋਲ ਟੈਂਪਰੇਚਰ ਆਏਗਾ ਉਸ ਮਿਕਸਚਰ ਦਾ ਉਹ ਉਹਨਾਂ ਦੋਨਾਂ ਟੈਂਪਰੇਚਰ ਦੇ ਦਰਮਿਆਨ ਲਾਈ ਕਰੇਗਾ, ਵਿਚਕਾਰ ਹੋਏਗਾ, ਨਾ ਵੱਧ ਤੋਂ ਵੱਧ ਨਾ ਘੱਟ ਤੋਂ ਘੱਟ ਓਕੇ। ਸੋ ਅਸੀਂ ਇਹਦੇ ਟਿਕ ਲਗਾਵਾਂਗੇ ਬਿਟਵੀਨ 65 ਡਿਗਰੀ ਸੈਲਸੀਅਸ ਐਂਡ 80 ਡਿਗਰੀ ਸੈਲਸੀਅਸ। ਸੋ ਦਿਸ ਇਜ਼ ਦਾ ਰਾਈਟ ਆਂਸਰ। क्वेश्चन नंबर 12, क्वेश्चन 12 ਕੀ ਕਹਿੰਦਾ ਜੀ ਸਾਡੇ ਕੋਲ? क्वेश्चन नंबर 12 ਕੀ ਹੈ ਜੀ? क्वेश्चन 12 ਹੈ ਅਸੀਂ ਸਰਦੀਆਂ ਵਿੱਚ ਉੱਨ ਦੇ ਕੱਪੜੇ ਪਾ ਕੇ ਨਿੱਘ ਕਿਉਂ ਮਹਿਸੂਸ ਕਰਦੇ ਹਾਂ? ਸੋ ਡਿਊਰਿੰਗ ਵਿੰਟਰਸ ਵੂਲਨ ਕਲੋਥਸ ਪ੍ਰੋਵਾਈਡ ਵਾਰਮਥ, ਆਇਡੈਂਟੀਫਾਈ ਦਾ ਕਰੈਕਟ ਰੀਜ਼ਨ। ਸਾਨੂੰ ਅਸੀਂ ਕਿਉਂ ਮਹਿਸੂਸ ਕਰਦੇ ਕਿ ਹਾਂ ਹੁਣ ਬਾਹਰ ਠੰਡ ਆ ਲੇਕਿਨ ਜਦੋਂ ਅਸੀਂ ਵੂਲਨ ਕਲੋਥ ਪਾ ਲਏ ਹੈਗੇ ਫਿਰ ਵੀ ਸਭ ਹੁਣ ਬਾਹਰ ਜਾ ਕੇ ਸਾਨੂੰ ਠੰਡ ਨਹੀਂ ਲੱਗ ਰਹੀ ਹੈਗੀ, ਕੀ ਰੀਜ਼ਨ ਹੈ ਉਸ ਦਾ? So what is the reason behind it? The reason is because in our woolen clothes there is a wool है ਉਹਦੇ ਅੰਦਰ, right? And wool traps the air, so which is a poor conductor of heat. So air is a poor conductor of heat. ਇਹ ਵੀ ਤੁਸੀਂ ਆਪਣੇ ਮਾਈਂਡ ਵਿੱਚ ਰੱਖ ਲੈਣਾ। ਔਰ ਹੈਲਪਿੰਗ ਟੂ ਰਿਟੇਨ ਦਾ ਬੋਡੀ ਵਾਰਮਥ, ਇਸ ਤਰੀਕੇ ਨਾਲ ਜਿਹੜੀ ਬੋਡੀ ਦੀ ਜਿਹੜੀ ਆਪਣੇ ਟੈਂਪਰੇਚਰ ਹੈ ਉਸਨੂੰ ਰਿਟੇਨ ਰੱਖਦਾ ਆ। ਠੀਕ ਹੈ, ਜੋ ਵੂਲ ਹੈ, ਜੋ ਉੱਨ ਹੈ, ਠੀਕ ਹੈ, ਉਹਦੇ ਵਿੱਚ ਹਵਾ ਹੁੰਦੀ ਹੈ ਅਤੇ ਹਵਾ ਜਿਹੜਾ ਹੈਗਾ ਆ ਉਹ ਬੈਡ ਕੰਡਕਟਰ ਆ ਹੀਟ ਦਾ, ਠੀਕ ਹੈ, ਕੁਚਾਲਕ ਆ। ਸੋ ਅਸੀਂ ਇੱਥੇ ਜਿਹੜਾ ਹੈ ਟਿਕ ਕਰਾਂਗੇ ਆਪਸ਼ਨ ਨੰਬਰ 1 ਸਾਡੀ ਸਹੀ ਆਪਸ਼ਨ ਹੈ। ਪ੍ਰਸ਼ਨ ਨੰਬਰ 13 ਸੌਰੀ, ਪ੍ਰਸ਼ਨ ਨੰਬਰ 13 ਕੀ ਹੈ ਆਪਣੇ ਕੋਲ ਜੀ? 13 ਯਸ 13 'ਚ। ਸੋ ਚਿੱਤਰ ਵਿੱਚ ਅਧਿਕਤਮ ਅਤੇ ਘੱਟੋ ਘੱਟ ਤਾਪਮਾਨ ਦਰਸਾਏ ਗਏ ਹਨ। ਘੱਟੋ ਘੱਟ ਤਾਪਮਾਨ ਦੀ ਰੀਡਿੰਗਾਂ ਨੂੰ ਦਿਖਾਉਣ ਵਾਲਾ ਥਰਮੋਮੀਟਰ ਨੂੰ A ਵਜੋਂ ਲੇਬਲ ਕੀਤਾ ਗਿਆ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਦਿਖਾਉਣ ਵਾਲੇ ਨੂੰ B ਵਜੋਂ ਕੀਤਾ ਗਿਆ ਹੈ। ਨਾਓ B ਲੇਬਲ ਵਿੱਚ ਦਿਨ ਦੇ ਕਿਸ ਸਮੇਂ ਦੀ ਮਿਆਦ ਦਾ ਤਾਪਮਾਨ ਦਰਸਾਇਆ ਗਿਆ ਹੈ? ਇੱਕ ਵਾਰੀ ਫੇਰ ਤੋਂ ਧਿਆਨ ਨਾਲ ਬੱਚੇ ਦੇਖਣਾ ਇਸ ਨੂੰ ਕਿ ਰੀਡਿੰਗਾਂ ਨੂੰ ਦਿਖਾਉਣ ਲਈ ਥਰਮੋਮੀਟਰ A ਆਹ ਵਾਲਾ ਥਰਮੋਮੀਟਰ ਅਤੇ ਥਰਮੋਮੀਟਰ B ਆ ਦਿਖਾਏ ਹੋਏ ਆ। ਹੁਣ ਪ੍ਰਸ਼ਨ ਇਹ ਹੈ ਕਿ B ਲੇਬਲ ਵਿੱਚ ਦਿਨ ਦੇ ਕਿਸ ਸਮੇਂ ਦੀ ਮਿਆਦ ਦਾ ਤਾਪਮਾਨ ਦਰਸਾਇਆ ਗਿਆ ਹੈ? ਸੋ ਸਟੂਡੈਂਟਸ ਦੇਖੋ ਕਿ ਸਾਡੇ ਕੋਲ ਜੋ ਟੈਂਪਰੇਚਰ ਹੈ ਉਹ ਸ਼ੋ ਕੀਤਾ ਹੋਇਆ ਹੈ ਇੱਥੇ। ਕਿਹੜਾ ਸ਼ੋ ਕੀਤਾ ਹੈ? ਸੋ ਡੀਅਰ ਸਟੂਡੈਂਟਸ ਧਿਆਨ ਨਾਲ ਦੇਖੋ ਕਿ ਜੋ ਥਰਮੋਮੀਟਰ B ਹੈ ਉਹਦੇ 'ਚ ਟੈਂਪਰੇਚਰ ਕਿੰਨਾ ਆ ਰਿਹਾ? ਇਟਸ ਅਰਾਊਂਡ 30 ਡਿਗਰੀ ਸੈਲਸੀਅਸ। ਠੀਕ ਹੈ ਜੀ, 30 ਡਿਗਰੀ ਸੈਲਸੀਅਸ ਦੇ ਕਰੀਬ ਆ ਰਿਹਾ ਹੈਗਾ ਆ। ਸੋ 30 ਡਿਗਰੀ ਸੈਲਸੀਅਸ ਟੈਂਪਰੇਚਰ ਕਦੋਂ ਹੁੰਦਾ? ਦੁਪਹਿਰ ਨੂੰ ਹੁੰਦਾ, ਰਾਤ ਨੂੰ ਹੁੰਦਾ, ਦੇਰ ਸ਼ਾਮ ਨੂੰ ਹੁੰਦਾ, ਤੜਕੇ ਹੁੰਦਾ ਆ। ਸੋ ਹਮੇਸ਼ਾ ਆਫਟਰਨੂਨ ਯਾਨੀ ਕਿ ਦੁਪਹਿਰ ਵੇਲੇ ਹੁੰਦਾ ਆ। ਸੋ ਦਾ ਰਾਈਟ ਆਨਸਰ ਇਜ਼ ਦੁਪਹਿਰ। ਓਕੇ, ਸੋ ਇੰਗਲਿਸ਼ ਦੇ ਵਿੱਚ ਵੀ ਅਸੀਂ ਇਸ ਨੂੰ ਪੜ੍ਹ ਲੈਂਦੇ ਇੱਕ ਵਾਰੀ। ਜਿਹੜੇ ਇੰਗਲਿਸ਼ ਮੀਡੀਅਮ ਦੇ ਬੱਚੇ ਹਨ ਉਹਨਾਂ ਨੂੰ ਹੈਲਪ ਹੋ ਜਾਂਦੀ ਹੈ। ਸੋ ਦਾ ਅਬਵ ਇਮੇਜ ਸ਼ੋਜ਼ ਅ ਮੈਕਸੀਮਮ ਐਂਡ ਮਿਨੀਮਮ thermometer. The thermometer shows the reading of the minimum temperature labeled as A and the maximum temperature labeled as B. The temperature of what time period of the day has been indicated as reading? So it has been indicated, or it has indicated afternoon. The reading indicated by B is the temperature of during afternoon. So here the temperature is during afternoon. Okay, question number 14. So question number 14 is ਤਰੁਣਾ ਦੇ ਮਾਤਾ ਜੀ ਨੇ ਉਸ ਨੂੰ ਪੀਣ ਲਈ ਚਾਹ ਦਿੱਤੀ। ਕੁਝ ਸਮੇਂ ਬਾਅਦ ਤਰੁਣਾ ਨੇ ਦੱਸਿਆ ਜਾਂ ਦੇਖਿਆ ਕਿ ਚਾਹ ਠੰਡੀ ਹੋ ਗਈ ਸੀ। ਸੋ ਗਰਮ ਚਾਹ ਦੇ ਠੰਡੇ ਹੋਣ ਦੀ ਤਾਪ ਸੰਚਾਰ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਸੋ ਤਰੁਣਾ's mother served her tea and after some time Taruna observed that the tea became cold. Now which of the following accounts for the process of transfer of heat for cooling
hot tea. So dear students, heat transfer in liquids like such as tea, it occurs mainly through convection. Okay, so where warm liquid rises and the cooler liquid sinks. So here the answer is convection is the right answer. Okay students, so convection ਤੁਸੀਂ ਲਿਖ ਲੈਣਾ ਇੱਥੇ ਵਿਕਰਨ ਸੰਮੇਹਨ ਚਾਲਨ ਸੰਮੇਹਨ ਵਿਕਰਨ ਤੇ ਉਪਰੋਕਤ ਸਾਰੇ। ਸੋ ਇੱਥੇ ਤੁਸੀਂ ਜਿਹੜਾ ਹੈ ਆਨਸਰ ਲਿਖੋਗੇ ਸੰਵੇਹਨ ਪੰਜਾਬੀ ਦੇ ਵਿੱਚ। ਠੀਕ ਹੈ, ਸੋ ਇੱਥੇ ਉੱਪਰ ਜਿਹੜਾ ਆ 1 2 3 4 ਜੋ ਨੰਬਰਿੰਗ ਕੀਤੀ ਹੋਈ ਹੈ ਉਹਦੇ 'ਚ ਉਹਨਾਂ ਨੇ ਉਹਨਾਂ ਦੀ ਪਲੇਸਿਸ ਬਦਲ ਦਿੱਤੀਆਂ ਹਨ। ਰਾਈਟ, ਵਿਕਰਨ ਜਿਹੜਾ ਹੈਗਾ ਆ ਉਹ 3 ਨੰਬਰ 'ਤੇ ਪਿਆ ਆ, ਲੇਕਿਨ ਉਹਦਾ ਇੰਗਲਿਸ਼ ਦੇ ਵਿੱਚ ਉਹਨੂੰ ਰੇਡੀਏਸ਼ਨ ਕਹਿੰਦੇ ਆ, ਉਹ 2 ਨੰਬਰ 'ਤੇ ਪਿਆ ਆ, ਇਸ ਕਰਕੇ ਇਸ ਕਨਫਿਊਜ਼ ਨਹੀਂ ਹੋਣਾ। ਰਾਈਟ, ਨੈਕਸਟ ਕੁਐਸਚਨ ਸਾਡੇ ਕੋਲ ਹੈ ਕੁਐਸਚਨ ਨੰਬਰ 15, ਲਾਸਟ ਹੈ ਪ੍ਰੈਕਟਿਸ ਸ਼ੀਟ ਦਾ। ਸੋ ਕੁਐਸਚਨ ਕੀ ਹੈ ਜੀ, ਸ਼ਾਮ ਦੇ ਸਮੇਂ ਪ੍ਰੀਤ ਦੇ ਮਾਤਾ ਜੀ ਨੇ ਅਗਰਬੱਤੀ ਜਲਾਈ ਤਾਂ ਅਗਰਬੱਤੀ ਦੀ ਖੁਸ਼ਬੂ ਸਾਰੇ ਕਮਰੇ ਵਿੱਚ ਫੈਲ ਗਈ, ਅਤੇ ਅਗਰਬੱਤੀ ਜਲਾਉਣ 'ਤੇ ਇਸ ਦੇ ਅਣੂਆਂ 'ਤੇ ਕੀ ਪ੍ਰਭਾਵ ਪਿਆ ਕਿ ਉਹ ਸਾਰੇ ਕਮਰੇ 'ਚ ਫੈਲ ਗਏ। ਸੋ ਇਨ ਦ ਈਵਨਿੰਗ ਪ੍ਰੀਤਸ ਮਦਰ ਲਿਟ incense stick whose fragrance spread throughout the room. Now, what was the effect of burning incense on its molecule that they spread throughout the room? Now, choose the correct option from the following. So, dear students, when the incense stick burns, heat increases. The kinetic energy of the air molecules increases, right? Now, causing them to move faster and spread the fragrance throughout the room, right? So ਜਿਵੇਂ ਬੱਚਿਓ ਅਸੀਂ ਤੁਹਾਨੂੰ ਪਤਾ ਕਿ ਤਾਪਮਾਨ ਦੇ ਨਾਲ ਕੀ ਹੁੰਦਾ, ਜਿਹੜੇ ਮੋਲੀਕੂਲਸ ਦੀ ਜਿਹੜੀ ਸਪੀਡ ਹੈ, ਰਾਈਟ, ਉਹ ਚਾਲ ਜਿਹੜੀ ਹੈ ਤੇਜ਼ ਹੋ ਜਾਂਦੀ ਹੈਗੀ ਆ। ਰਾਈਟ, ਕਾਈਨੇਟਿਕ ਐਨਰਜੀ ਜਿਹੜੀ ਹੈਗੀ ਹੈ ਉਹਨੇ 'ਚ ਜ਼ਿਆਦਾ ਆ ਜਾਂਦੀ ਹੈਗੀ ਹੈ, ਅਤੇ ਕਾਈਨੇਟਿਕ ਐਨਰਜੀ ਤੇਜ਼ ਹੋਣ ਵਧਣ ਕਰਕੇ ਉਹ ਜਿਹੜੇ ਮੋਲੀਕੂਲਸ ਨੇ ਉਹ ਏਅਰ ਵਿੱਚ ਬੜੀ ਦੂਰ ਦੂਰ ਤੱਕ ਫੈਲ ਜਾਂਦੇ ਹਨ। ਰਾਈਟ, ਸੋ ਜਿਸ ਕਰਕੇ ਜਿਹੜਾ ਹੈਗਾ ਆ ਸਾਰੇ ਪਾਸੇ ਖੁਸ਼ਬੂ ਫੈਲ ਜਾਂਦੀ ਆ। ਸਾਡੇ ਕੋਲ ਜੋ ਇਹ 'ਚ ਉੱਤਰ ਆ, ਦੇਖੋ ਤਾਂ ਕਿਹੜਾ ਉੱਤਰ ਹੈਗਾ ਸਾਡੇ ਕੋਲ, ਉਹ ਇੱਕ ਦੂਜੇ ਦੇ ਨੇੜੇ ਆਉਂਦੇ ਹਨ, ਉਹ ਤੇਜ਼ੀ ਨਾਲ ਗਤੀ ਕਰਨ ਲੱਗਦੇ ਹਨ। ਯੈਸ, ਸੋ ਤੀਜਾ ਪ੍ਰਸ਼ਨ ਸਾਡੇ ਕੋਲ ਜੋ ਤੀਜੀ ਆਪਸ਼ਨ ਹੈ ਇਸ ਦਾ ਰਾਈਟ ਆਪਸ਼ਨ ਸਾਡੇ ਕੋਲ, ਦੇ ਟੈਂਡਸ ਟੂ ਮੂਵ ਫਾਸਟਰ। ਯੈਸ, ਸੋ ਵਿਦ ਦਿਸ ਡੀਅਰ ਸਟੂਡੈਂਟਸ ਵੀ ਹੈਵ ਕੰਪਲੀਟਡ ਆਰ ਪ੍ਰੈਕਟਿਸ ਸ਼ੀਟ ਨੰਬਰ 10। ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਸ਼ੀਟ ਜਿਹੜੀ ਹੈਗੀ ਹੈ ਸਮਝ ਆ ਗਈ ਹੋਏਗੀ, ਔਰ ਜੇ ਇਨ ਕੇਸ ਕੋਈ ਪ੍ਰੋਬਲਮ ਹੈ, ਕੋਈ ਸਮੱਸਿਆ ਹੈ, ਕੋਈ ਕੁਐਰੀ ਹੈ ਤੁਹਾਡੀ, ਸੋ ਪਲੀਜ਼ ਡੂ ਕਮੈਂਟ ਇਨ ਮਾਈ ਕਮੈਂਟ ਬਾਕਸ, ਔਰ ਉਹਦੇ ਵਿੱਚ ਜ਼ਰੂਰ ਦੱਸੋ ਔਰ ਫੀਡਬੈਕ ਜ਼ਰੂਰ ਦਿਓ। ਔਰ ਜੇ ਵੀਡੀਓ ਬਹੁਤ ਅੱਛੀ ਲੱਗੀ ਹੈਗੀ ਆ ਤਾਂ ਕਾਈਂਡਲੀ ਇਸ ਨੂੰ ਹੋਰ ਬੱਚਿਆਂ ਦੇ ਵਿੱਚ ਵੀ ਜ਼ਰੂਰ ਸ਼ੇਅਰ ਕਰੋ, ਔਰ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਵੀ ਕਰ ਲਓ। ਸੋ ਜਦ ਤੱਕ ਮੇਰੀ ਅਗਲੀ ਵੀਡੀਓ ਹੁੰਦੀ, ਟਿਲ ਦੈਨ ਆਈ ਵਿਸ਼ ਯੂ ਆਲ ਦ ਵੈਰੀ ਬੈਸਟ, ਹੈਪੀ ਲਰਨਿੰਗ। ਥੈਂਕ ਯੂ ਵੈਰੀ ਮਚ ਫॉर ਵਿewing ਦਿਸ ਵੀਡੀਓ। ਥੈਂਕ ਯੂ।